ਵਾਹਿਗੁਰੂ ਸਾਹਿਬ ਜੀਓ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਘਰਾਂ ਦੇ ਵਿੱਚ ਬੈਠ ਕੇ ਲਾਈਵ ਬ੍ਰੌਡਕਾਸਟ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਾਵਨ ਪੁਰਬ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਸਤਿਗੁਰਾਂ ਦੇ ਪੁਰਬ ਦੇ ਸੰਬੰਧ ਵਿੱਚ ਹੀ ਆਪ ਸਰਬੱਤ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਨੇ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਬੜੇ ਹੀ ਅਦਬ ਸਤਿਕਾਰ ਦੇ ਨਾਲ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਸਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਾਣੀ ਪੜ੍ਹੀਏ ਤਾਂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਲਾਜ਼ਮੀ ਹੈ। ਗੁਰੂ ਤੋਂ ਬਿਨਾਂ ਕੋਈ ਵੀ ਇਨਸਾਨ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਹੀ ਨਹੀਂ ਸਕਦਾ। ਚਾਹੇ ਕਿਸੇ ਇਨਸਾਨ ਨੇ ਕੋਈ ਦੁਨਿਆਵੀ ਕੰਮ ਕਰਨਾ ਹੋਵੇ, ਚਾਹੇ ਕਿਸੇ ਨੇ ਕੋਈ ਗੁਣ ਸਿੱਖਣਾ ਹੋਵੇ, ਕੋਈ ਕੁਆਲਿਟੀ ਸਿੱਖਣੀ ਹੋਵੇ, ਕੋਈ ਕੰਮ ਸਿੱਖਣਾ ਹੋਵੇ, ਉਸ ਨੂੰ ਕਿਸੇ ਉਸਤਾਦ ਜਾਂ ਗੁਰੂ ਦੇ ਕੋਲ ਜਾਣਾ ਹੀ ਪੈਂਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਕਿਸੇ ਵੀ ਗੁਣ ਦੀ ਪ੍ਰਾਪਤੀ ਹੋ ਨਹੀਂ ਸਕਦੀ। ਤੇ ਜਦੋਂ ਸਪਿਰਿਚੁਅਲ ਲਾਈਫ ਦੀ ਗੱਲ ਆਉਂਦੀ ਹੈ, ਜਦੋਂ ਅਧਿਆਤਮਿਕ ਜੀਵਨ ਦੀ ਗੱਲ ਆਉਂਦੀ ਹੈ, ਤਾਂ ਇਸ ਜੀਵਨ ਦੇ ਵਿੱਚ ਗੁਰੂ ਤੋਂ ਬਿਨਾਂ ਇਨਸਾਨ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕਦਾ। ਇਸੇ ਕਰਕੇ ਹੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਹੁੰਦੀ ਹੈ ਤਾਂ ਸਤਿਗੁਰਾਂ ਨੇ ਪਹਿਲਾ ਵਰਡ ਜਿਹੜਾ ਆਰੰਭਤਾ ਦੇ ਵਿੱਚ ਰੱਖਿਆ, ਉਹ ਕਹਿ ਦਿੱਤਾ, ਇੱਕ ਓੰਕਾਰ ਸਤ
ਗੁਰ ਪ੍ਰਸਾਦ। ਉਹ ਜਿਹੜਾ ਪ੍ਰਮਾਤਮਾ ਇੱਕ ਹੈ, ਉਸ ਇੱਕ ਦੀ ਪ੍ਰਾਪਤੀ ਤੈਨੂੰ ਹੋਏਗੀ, ਹੋ ਸਕਦੀ ਹੈ, ਪਰ ਸ਼ਰਤ ਇਹ ਹੈ ਕਿ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਜਦੋਂ ਤੱਕ ਤੇਰੇ ਉੱਤੇ ਗੁਰੂ ਦੀ ਕਿਰਪਾ ਨਹੀਂ, ਉਦੋਂ ਤੱਕ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਨਹੀਂ ਸਕਦਾ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਮੈਂ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ ਤਾਂ ਉਹਦੇ ਵਾਸਤੇ ਮੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ, ਜਾਂ ਇਦਾਂ ਕਹਿ ਲਈਏ ਕਿ ਮੈਨੂੰ ਗੁਰੂ ਵਾਲਾ ਬਣਨਾ ਪਏਗਾ ਤਾਂ ਕਿ ਮੈਂ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਾਂ। ਤੇ ਇਸੇ ਕਰਕੇ ਹੀ ਵਾਰ-ਵਾਰ ਸਤਿਗੁਰਾਂ ਨੇ ਬਾਣੀ ਦੇ ਵਿੱਚ ਗੁਰੂ ਦੀ ਬਹੁਤ ਵਡਿਆਈ ਕੀਤੀ ਹੈ। ਗੁਰੂ ਦੀ ਬਹੁਤ ਹੀ ਵਡਿਆਈ ਕੀਤੀ ਹੈ ਸਤਿਗੁਰਾਂ ਨੇ ਵਾਰ-ਵਾਰ ਬਾਣੀ ਦੇ ਵਿੱਚ। ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਹੈ ਨਾ ਉਹ ਬਖਸ਼ਿਸ਼ਾਂ ਦਾ ਭੰਡਾਰ ਹੈ, ਜਿਹੜਾ ਗੁਰੂ ਹੈ ਨਾ ਉਹ ਕਿਰਪਾ ਦਾ ਖਜ਼ਾਨਾ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਇਆ, ਗੁਰੂ ਕਿਰਪਾ ਕਰਕੇ ਉਹਨੂੰ ਗੁਣਾਂ ਦੇ ਨਾਲ ਭਰ ਦਿੰਦਾ ਹੈ। ਗੁਰੂ ਰਹਿਮਤ ਕਰਕੇ ਉਹਦੇ ਜੀਵਨ ਦੇ ਵਿੱਚ ਇਤਨੇ ਕੋ ਗੁਣ, ਇਤਨੀਆਂ ਕੋ ਕੁਆਲਿਟੀਜ਼ ਭਰ ਦਿੰਦਾ ਹੈ, ਜਿਨ੍ਹਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹ ਇਨਸਾਨ ਨਹੀਂ, ਉਹ ਤਾਂ ਦੇਵਤਾ ਬਣ ਜਾਂਦਾ ਹੈ। ਇਸੇ ਕਰਕੇ ਜਦੋਂ ਆਸਾ ਕੀ ਵਾਰ ਆਪਾਂ ਪੜ੍ਹਦੇ ਹਾਂ ਤੇ ਆਸਾ ਕੀ ਵਾਰ ਦੇ ਵਿੱਚ ਸਤਿਗੁਰਾਂ ਦਾ ਪਹਿਲਾ ਸ਼ਲੋਕ ਪੜੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਪਾਤਸ਼ਾਹ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਗੁਰੂ ਨੇ ਕਿਰਪਾ ਕਰਕੇ ਇਨਸਾਨ ਨੂੰ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਇਹਦਾ ਮਤਲਬ ਹੈ ਦੇਵਤਾ ਬਣਨਾ ਜੀਵਨ ਦੇ ਵਿੱਚ ਗੁਣਾਂ ਦੀ ਪ੍ਰਾਪਤੀ ਹੈ। ਦੇਵਤਾ ਬਣਨਾ ਇਹਦਾ ਮਤਲਬ ਕਿ ਗੁਰੂ ਦੀ ਕਿਰਪਾ ਵਾਪਰੀ ਹੈ ਕਿ ਇਨਸਾਨ ਇਸ ਅਵਸਥਾ ਤੱਕ ਪਹੁੰਚ ਸਕਿਆ ਹੈ। ਤੇ ਕਿਤੇ ਭਾਈ ਗੁਰਦਾਸ ਨੂੰ ਪੜੋ, ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਸਮਝਾਉਂਦੇ ਨੇ ਐਗਜ਼ਾਮਪਲਸ ਦੇ ਕੇ, ਉਦਾਹਰਨਾਂ ਸਹਿਤ। ਉਹਨਾਂ ਦੇ ਸਮਝਾਉਣ ਦਾ ਮੰਤਵ ਕੀ ਹੈ ਕਿ ਇਨਸਾਨ ਨੂੰ ਸਮਝ ਪੈ ਜਾਏ ਕਿ ਗੁਰੂ ਐਸਾ ਇੱਕ ਕਿਰਪਾ ਦਾ ਖਜ਼ਾਨਾ ਹੈ ਜਿਸ ਦੀ ਕਿਰਪਾ ਦੇ ਸਦਕਾ ਇਨਸਾਨ ਆਪਣੇ ਅਧਿਆਤਮਿਕ ਜੀਵਨ ਦੀਆਂ ਬੁਲੰਦੀਆਂ ਨੂੰ ਛੂ ਸਕਦਾ ਹੈ। ਕੇਵਲ ਅਧਿਆਤਮਿਕ ਜੀਵਨ ਹੀ ਨਹੀਂ, ਜੇਕਰ ਉਹ ਚਾਹੁੰਦਾ ਹੈ ਕਿ ਮੇਰਾ ਦੁਨਿਆਵੀ ਜੀਵਨ ਵੀ ਸੁਖੀ ਬਤੀਤ ਹੋਏ, ਤੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਭਲਿਆ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ। ਆਪਣੀ ਅੰਦਰਲੀ ਹਉਮੈ ਨੂੰ ਛੱਡ ਕੇ ਜਦੋਂ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਏਗਾ, ਗੁਰੂ ਐਸਾ ਬਖਸ਼ਿੰਦ ਹੈ, ਤੇਰੇ ਉੱਤੇ ਕਿਰਪਾ ਕਰਕੇ ਤੈਨੂੰ ਗੁਣਾਂ ਦੇ ਨਾਲ ਭਰ ਦੇਗਾ। ਤੇਰਾ ਇਹ ਸੰਸਾਰਿਕ ਜੀਵਨ ਵੀ ਸਵਾਰੇਗਾ ਤੇ ਆਤਮਿਕ ਜੀਵਨ ਦੀ ਮੰਜ਼ਿਲ ਨੂੰ ਵੀ ਤੂੰ ਪ੍ਰਾਪਤ ਕਰ ਜਾਏਗਾ। ਬੜਾ ਪਿਆਰਾ ਬਚਨ ਭਾਈ ਸਾਹਿਬ ਜੀ ਦਾ ਐਗਜ਼ਾਮਪਲ ਦੇ ਥਰੂ ਸਮਝਾ ਰਹੇ ਨੇ। ਕਹਿੰਦੇ ਜਿਸ ਤਰ੍ਹਾਂ ਇੱਕ ਭਿਖਾਰੀ, ਇੱਕ ਮੰਗਤਾ, ਇੱਕ ਬੈਗਰ ਮੰਗਣ ਵਾਸਤੇ ਕਿਸੇ ਦੇ ਘਰ ਦੇ ਸਾਹਮਣੇ ਜਾ ਕੇ ਖੜਾ ਹੋ ਜਾਂਦਾ ਹੈ। ਬੜੀ ਨਿਮਰਤਾ ਦੇ ਨਾਲ ਉਹ ਘਰ ਵਾਲੇ ਦੇ ਪਾਸੋਂ ਕੁਝ ਖਾਣ ਵਾਸਤੇ ਮੰਗਦਾ ਹੈ ਜਾਂ ਕੁਝ ਪੈਸਿਆਂ ਦੀ ਮੰਗ ਕਰੇਗਾ। ਤੇ ਜਿਹੜਾ ਘਰ ਵਾਲਾ ਨਾ, ਜਿਸ ਘਰ ਦੇ ਕੋਲੋਂ, ਜਿਸ ਘਰ ਦੇ ਸਾਹਮਣੇ ਖੜਾ ਹੋ ਕੇ ਉਹ ਮੰਗਤਾ ਮੰਗਦਾ ਪਿਆ ਏ, ਜਦੋਂ ਉਹ ਮੰਗਤੇ ਨੂੰ ਦੇਖਦਾ ਹੈ, ਦੇਖਣ ਤੋਂ ਬਾਅਦ ਉਹਦੇ ਮਨ ਦੇ ਵਿੱਚ ਤਰਸ ਆਉਂਦਾ ਹੈ ਤੇ ਉਸ ਤਰਸ ਦੇ ਕਰਕੇ ਹੀ ਉਹ ਘਰ ਵਾਲਾ ਜਿਹੜਾ ਹੈ ਮੰਗਤੇ ਦੀ ਝੋਲੀ ਦੇ ਵਿੱਚ ਕੁਝ ਖੈਰ ਪਾ ਦਿੰਦਾ ਹੈ। ਉਹਨੂੰ ਕੁਝ ਖਾਣ ਨੂੰ ਸਮਾਨ ਦੇ ਦੇਗਾ, ਪਹਿਨਣ ਨੂੰ ਕੋਈ ਕੱਪੜਾ ਦੇ ਦੇਗਾ, ਜਾਂ ਜੇਕਰ ਉਸ ਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਪੈਸੇ ਉਸ ਨੂੰ ਦੇ ਦਿੱਤੇ ਜਾਣਗੇ। ਕਿਉਂ ਦੇ ਦਿੱਤੇ ਜਾਣਗੇ? ਕਿਉਂਕਿ ਮੰਗਤਾ ਜਿਹੜਾ ਹੈ ਨਾ ਉਹ ਬੜਾ ਨਿਮਾਣਾ ਹੋ ਕੇ ਨਿਮਰਤਾ ਭਾਵ ਦੇ ਵਿੱਚ ਆ ਕੇ ਘਰ ਦੇ ਸਾਹਮਣੇ ਖੜਾ ਏ ਤੇ ਉਹਦੀ ਹਾਲਤ ਨੂੰ ਦੇਖ ਕੇ ਘਰ ਦਾ ਜਿਹੜਾ ਜੀ ਹੈ ਉਹਨੂੰ ਤਰਸ ਆਇਆ ਤੇ ਉਹਨੇ ਉਹਦੀ ਝੋਲੀ ਦੇ ਵਿੱਚ ਕੁਝ ਨਾ ਕੁਝ ਪਾ ਦਿੱਤਾ। ਦੂਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇੱਕ ਕੁੱਤਾ ਕਿਸੇ ਘਰ ਦੇ ਸਾਹਮਣੇ ਜਾ ਕੇ ਖੜਾ ਹੁੰਦਾ ਹੈ, ਕਿਸੇ ਰੋਟੀ ਦੀ ਤਾਕ ਦੇ ਵਿੱਚ, ਭੁੱਖ ਲੱਗੀ ਹੈ, ਖਾਣ ਨੂੰ ਕਿਤੋਂ ਕੁਝ ਮਿਲਿਆ ਨਹੀਂ, ਕਿਸੇ ਦੇ ਘਰ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਜਦੋਂ ਘਰ ਦੇ ਮਾਲਕ ਨੇ ਦੇਖਿਆ ਕਿ ਕੁੱਤਾ ਖੜਾ ਏ, ਉਹਨੇ ਇਹ ਮਹਿਸੂਸ ਕੀਤਾ ਕਿ ਇਸ ਨੂੰ ਜ਼ਰੂਰ ਭੁੱਖ ਲੱਗੀ ਹੋਈ ਹੈ ਤੇ ਉਸਨੇ ਵੀ ਤਰਸ ਖਾ ਕੇ ਕੁੱਤੇ ਨੂੰ ਕੁਝ ਰੋਟੀ ਉਹਦੇ ਸਾਹਮਣੇ ਉਹਨੂੰ ਰੱਖ ਦਿੱਤੀ, ਜਿਸ ਨੂੰ ਖਾ ਕੇ ਉਸ ਕੁੱਤੇ ਦੀ ਭੁੱਖ ਮਿਟੀ। ਤੀਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਇਨਸਾਨ ਆਪਣੇ ਪੈਰ ਦੇ ਵਿੱਚ ਪਹਿਨਣ ਵਾਲਾ ਸ਼ੂਜ਼ ਜਾਂ ਚੱਪਲ ਕਹਿ ਲਈਏ ਜਾਂ ਜੁੱਤੀ ਕਹਿ ਲਈਏ, ਉਹ ਆਪਣੇ ਘਰ ਦੇ ਬਾਹਰ ਉਤਾਰਦਾ ਹੈ। ਉਹ ਜੁੱਤੀ ਘਰ ਦੇ ਬਾਹਰ ਪਈ ਰਹਿੰਦੀ ਹੈ। ਜਦੋਂ ਉਸ ਜੁੱਤੀ ਦਾ ਜਿਹੜਾ ਮਾਲਕ ਹੈ, ਪਹਿਨਣ ਵਾਲਾ, ਉਸਨੇ ਕਿਤੇ ਕੰਮ ਜਾਣਾ ਹੈ,
ਕੰਮ ਜਾਣ ਤੋਂ ਪਹਿਲਾਂ ਜਦੋਂ ਉਹ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਿਕਲੇਗਾ, ਆਪਣੇ ਸ਼ੂਜ਼ ਨੂੰ, ਆਪਣੀ ਜੁੱਤੀ ਨੂੰ ਪਹਿਨੇਗਾ ਤੇ ਆਪਣੇ ਕੰਮ ਵਾਸਤੇ ਚਲਾ ਜਾਏਗਾ। ਜਿਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਉਹ ਜੁੱਤੀ ਬਾਹਰ ਪਈ ਰਹਿੰਦੀ ਹੈ, ਜਦੋਂ ਮਾਲਕ ਆਉਂਦਾ ਹੈ ਆਪਣੇ ਪੈਰਾਂ ਦੇ ਵਿੱਚ ਉਸ ਨੂੰ ਪਹਿਨ ਕੇ ਕੰਮ ਕਰਨ ਵਾਸਤੇ ਚਲਾ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਭਲਿਆ ਜੇਕਰ ਤੇਰੇ ਅੰਦਰ ਵੀ ਐਸੀ ਭਾਵਨਾ ਬਣ ਜਾਏ, ਤੂੰ ਵੀ ਇੱਕ ਭਿਖਾਰੀ ਦੀ ਤਰ੍ਹਾਂ ਦੀਨ ਹੋ ਕੇ ਗੁਰੂ ਦੇ ਦਰ ਤੇ ਆਣ ਕੇ ਮੰਗਤੇ ਦੀ ਤਰ੍ਹਾਂ ਖੜਾ ਹੋ ਜਾਵੇਂ, ਗੁਰੂ ਐਸਾ ਕਿਰਪਾ ਦਾ ਘਰ ਹੈ, ਉਹ ਤੇਰੀ ਹਾਲਤ ਦੇਖ ਕੇ ਤੇਰੇ ਉੱਤੇ ਕਿਰਪਾ ਜ਼ਰੂਰ ਕਰੇਗਾ ਤੇ ਐਸੇ ਖਜ਼ਾਨੇ ਦੇ ਨਾਲ ਤੈਨੂੰ ਭਰ ਦੇਵੇਗਾ ਕਿ ਦੁਬਾਰਾ ਕਿਸੇ ਦੇ ਕੋਲੋਂ ਮੰਗਣ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਰਹਿ ਜਾਣੀ। ਜੇਕਰ ਤੂੰ ਉਸ ਕੁੱਤੇ ਦੀ ਤਰ੍ਹਾਂ ਬਾਕੀ ਆਸਰੇ ਛੱਡ ਕੇ ਇੱਕ ਗੁਰੂ ਦੇ ਦਰ ਤੇ ਆਣ ਕੇ ਖੜਾ ਹੋ ਜਾਏਗਾ ਨਾ, ਤੇ ਗੁਰੂ ਤੈਨੂੰ ਕਦੀ ਭੁੱਖਾ ਨਹੀਂ ਰਹਿਣ ਦੇਗਾ। ਐਸੀ ਖੁਰਾਕ ਤੇਰੇ ਜੀਵਨ ਦੇ ਵਿੱਚ ਤੈਨੂੰ ਦੇ ਦੇਗਾ ਜਿਸ ਨੂੰ ਖਾਣ ਤੋਂ ਬਾਅਦ, ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੇਰੀ ਜਨਮਾਂਤਰਾਂ ਦੀ ਭੁੱਖ ਮਿਟ ਜਾਏਗੀ। ਜਿਸ ਤਰ੍ਹਾਂ ਕਹਿੰਦੇ ਨੇ ਜੁੱਤੀ ਬਾਹਰ ਪਈ ਹੋਈ ਹੈ, ਮਾਲਕ ਉਸ ਨੂੰ ਪੈਰ ਦੇ ਵਿੱਚ ਪਹਿਨ ਕੇ ਚਲਾ ਜਾਂਦਾ ਹੈ। ਜੇਕਰ ਤੂੰ ਵੀ ਉਸ ਜੁੱਤੀ ਵਾਂਗ ਮਾਲਕ ਦੇ ਦਰ ਨੂੰ ਕਿਤੇ ਛੱਡੇ ਨਾ, ਤੇ ਐਸਾ ਵੀ ਸਮਾਂ ਆਏਗਾ ਜਦੋਂ ਗੁਰੂ ਦੀ ਕਿਰਪਾ ਤੇਰੇ ਉੱਤੇ ਵਾਪਰੇਗੀ, ਗੁਰੂ ਦੀ ਚਰਨ ਛੋਹ ਪ੍ਰਾਪਤ ਕਰਕੇ ਤੂੰ ਆਪਣੇ ਜੀਵਨ ਦੀ ਮੰਜ਼ਿਲ ਪ੍ਰਾਪਤ ਕਰੇਗਾ। ਤੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਕੇ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਏਗਾ। ਤੇ ਭਾਈ ਸਾਹਿਬ ਜੀ ਨੇ ਲਾਸਟ ਪੰਕਤੀ ਦੇ ਵਿੱਚ ਫਿਰ ਗੱਲ ਸਮਝਾ ਦਿੱਤੀ, ਕਹਿਣ ਲੱਗੇ ਛਾੜ ਅਹੰਕਾਰ ਛਾਰ ਹੋਏ ਗੁਰ ਮਾਰਗ ਮੈਂ। ਆਪਣੀ ਹਉਮੈ ਨੂੰ ਛੱਡ ਕੇ, ਛਾਰ ਦਾ ਮਤਲਬ ਹੈ ਜੀ ਡਸਟ, ਧੂੜ। ਕਹਿੰਦੇ ਆਪਣੀ ਹੰਕਾਰ ਨੂੰ ਛੱਡ ਕੇ, ਆਪਣੀ ਈਗੋ ਨੂੰ ਛੱਡ ਕੇ ਗੁਰੂ ਦੇ ਦਰ ਤੇ ਤੂੰ ਗੁਰੂ ਦੇ ਚਰਨਾਂ ਦੀ ਧੂੜ ਬਣ ਜਾ, ਡਸਟ ਬਣ ਜਾ। ਛਾੜ ਅਹੰਕਾਰ ਛਾਰ ਹੋਏ ਗੁਰ ਮਾਰਗ ਮੈਂ, ਕਬਹੂ ਕਹਿ ਦਇਆ ਕਹਿ ਦਇਆਲ ਪਗ ਧਾਰ ਹੈ। ਕਹਿੰਦੇ ਜਦੋਂ ਤੂੰ ਗੁਰੂ ਦੇ ਦਰ ਤੇ ਆਣ ਕੇ ਗੁਰੂ ਚਰਨਾਂ ਦੇ ਵਿੱਚ ਢਹਿ ਪਏਗਾ, ਗੁਰੂ ਤਰੁੱਠ ਕੇ ਤੇਰੇ ਉੱਤੇ ਕਿਰਪਾ ਕਰੇਗਾ। ਜਦੋਂ ਗੁਰੂ ਦੀ ਕਿਰਪਾ ਵਾਪਰੇਗੀ, ਫਿਰ ਤੂੰ ਇਸ ਸੰਸਾਰ ਸਾਗਰ ਤੋਂ ਤਰ ਕੇ ਆਪਣੀ ਮੰਜ਼ਿਲ ਤੱਕ ਪਹੁੰਚੇਗਾ। ਤੇ ਹੁਣ ਜਦੋਂ ਭਾਈ ਨੰਦ ਲਾਲ ਜੀ ਨੂੰ ਪੜ੍ਹੀਏ, ਖਿਆਲ ਕਰਿਓ ਸਾਧ ਸੰਗਤ, ਬਾਲਾ ਪ੍ਰੀਤਮ ਦਾ ਪ੍ਰਕਾਸ਼ ਪੁਰਬ ਹੈ, ਤੇ ਜਦੋਂ ਬਾਲਾ ਪ੍ਰੀਤਮ ਦੇ ਸੰਬੰਧ ਵਿੱਚ ਭਾਈ ਨੰਦ ਲਾਲ ਜੀ ਨੂੰ ਪੜ੍ਹੀਏ, ਤੇ ਭਾਈ ਨੰਦ ਲਾਲ ਜੀ ਬੜੀ ਪਿਆਰੀ ਗੱਲ ਕਹਿੰਦੇ ਨੇ। ਕਹਿੰਦੇ ਭਲਿਆ ਦੇਖ, ਗੁਰੂ ਹਰਿਕ੍ਰਿਸ਼ਨ ਸਾਹਿਬ ਇੱਕ ਐਸੀ ਸ਼ਖਸੀਅਤ ਹੈ, ਕੈਸੀ ਜੀ, ਗੁਰੂ ਹਰਿਕ੍ਰਿਸ਼ਨ ਆਹਮਾ ਫੈਜ਼ਲੋ ਜੂਦ। ਕਹਿੰਦੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਖਸ਼ਿਸ਼ਾਂ ਦਾ ਘਰ ਹੈ, ਬਖਸ਼ਿਸ਼ਾਂ ਦਾ ਭੰਡਾਰ ਹੈ, ਕਿਰਪਾ ਦਾ ਖਜ਼ਾਨਾ ਹੈ। ਜਦੋਂ ਵੀ ਕੋਈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਗੁਰੂ ਨੇ ਰਹਿਮਤ ਕਰਕੇ ਉਸ ਦੀ ਝੋਲੀ ਬਖਸ਼ਿਸ਼ਾਂ ਦੇ ਨਾਲ ਭਰ ਦਿੱਤੀ। ਉਸ ਨੂੰ ਦਰ ਦਰ ਤੇ ਭਟਕਣ ਦੀ ਲੋੜ ਕੋਈ ਨਹੀਂ ਰਹਿ ਗਈ, ਜਿਸ ਨੇ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਲਿਆ। ਕਿਤੇ ਪੜ੍ਹਿਓ ਭਾਈ ਨੰਦ ਲਾਲ ਜੀ ਦੇ ਬਚਨ, ਭਾਈ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਤੁਫੈਲਿਸ਼ ਹਰ ਦੋ ਆਲਮ ਕੇ ਖੁਦ ਕਾਮਯਾਬ। ਕਹਿੰਦੇ ਜਿਸ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਕਿਰਪਾ ਹੋਈ ਨਾ, ਗੁਰੂ ਸਾਹਿਬ ਨੇ ਰਹਿਮਤ ਕਰਕੇ ਉਹਦੇ ਦੋਨੋਂ ਜਹਾਨ ਹੀ ਸਵਾਰ ਦਿੱਤੇ, ਉਹਦਾ ਲੋਕ ਵੀ ਸਵਾਰ ਦਿੱਤਾ ਤੇ ਉਹਦਾ ਪਰਲੋਕ ਵੀ ਸਵਾਰ ਦਿੱਤਾ। ਤੇ ਹੁਣ ਕਿਤੇ ਇਤਿਹਾਸ ਦੇ ਵਿੱਚੋਂ ਭਾਲਿਓ, ਲੱਭਣ ਦੀ ਕੋਸ਼ਿਸ਼ ਕਰਿਓ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਕਿਸ ਤਰ੍ਹਾਂ ਸਵਾਰਿਆ। ਜਿਹੜੀ ਗੱਲ ਭਾਈ ਨੰਦ ਲਾਲ ਜੀ ਆਪਣੇ ਬਚਨਾਂ 'ਚ ਕਹਿੰਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਖਸ਼ਿਸ਼ਾਂ ਦਾ ਘਰ ਹੈ, ਤੇ ਹਿਸਟਰੀ ਦੇ ਵਿੱਚੋਂ ਪੜ੍ਹ ਕੇ ਦੇਖਿਓ ਕਿ ਕੈਸੀ ਬਖਸ਼ਿਸ਼ ਦਾ ਜ਼ਿਕਰ ਭਾਈ ਨੰਦ ਲਾਲ ਜੀ ਆਪਣੀ ਰਚਨਾ ਦੇ ਵਿੱਚ ਕਰਦੇ ਨੇ। ਸਤਿਗੁਰਾਂ ਦਾ ਪ੍ਰਕਾਸ਼, ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ, ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਦਾ ਸਥਾਨ ਹੈ ਜੀ। ਕੀਰਤਪੁਰ ਸਾਹਿਬ ਦੇ ਸਥਾਨ ਤੇ 7 ਜੁਲਾਈ 1656 ਦੇ ਵਿੱਚ ਕੀਰਤਪੁਰ ਦੇ ਸਥਾਨ ਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਵਿਰਾਜਮਾਨ ਹੁੰਦੇ ਨੇ। ਕੀਰਤਪੁਰ ਸਾਹਿਬ ਦਾ ਸਥਾਨ ਹੈ, ਤੇ ਇਸ ਸਥਾਨ ਦੇ ਉੱਤੇ ਪਿਸ਼ਾਵਰ ਤੇ ਅਟਕ ਦੇ ਇਲਾਕੇ ਦੇ ਵਿੱਚੋਂ ਸੰਗਤ ਦਰਸ਼ਨਾਂ ਵਾਸਤੇ ਆ ਰਹੀ ਹੈ। ਯਾਦ ਰੱਖਿਓ, ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਖਸ਼ਿਸ਼ਾਂ ਦਾ ਭੰਡਾਰ ਹੈ। ਸਤਿਗੁਰਾਂ ਦੀ ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਦੇਵ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹ ਇਨਸਾਨ ਨਹੀਂ ਰਹਿ ਗਿਆ, ਉਹ ਦੇਵਤਾ ਬਣ ਗਿਆ। ਭਾਈ ਨੰਦ ਲਾਲ ਜੀ ਕਹਿੰਦੇ ਤੈਨੂੰ ਬਖਸ਼ਿਸ਼ ਮਿਲੇਗੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਸ਼ਰਨ ਵਿੱਚ ਆ, ਵੇਖੀ ਤੇਰੀਆਂ ਝੋਲੀਆਂ ਕਿਵੇਂ ਉਹ ਬਖਸ਼ਿਸ਼ਾਂ ਦੇ ਨਾਲ ਭਰਦੇ ਨੇ।
ਸੰਗਤ ਆ ਰਹੀ ਹੈ ਪਸ਼ਾਵਰ ਅਟਕ ਦੇ ਇਲਾਕੇ ਦੇ ਵਿੱਚੋਂ, ਤੇ ਜਦੋਂ ਸੰਗਤ ਉਥੋਂ ਚੱਲੀ ਹੈ ਦਰਸ਼ਨਾਂ ਵਾਸਤੇ, ਕੀਰਤਪੁਰ ਸਾਹਿਬ ਦੇ ਸਥਾਨ ਤੇ ਪਹੁੰਚਣਾ ਹੈ, ਉਸ ਇਲਾਕੇ ਦੇ ਵਿੱਚ ਇੱਕ ਇਨਸਾਨ ਹੈ ਜਿਸ ਇਨਸਾਨ ਦਾ ਨਾਂ ਇਤਿਹਾਸ ਦੇ ਵਿੱਚ ਜਸਵੰਤ ਰਾਏ ਕਰਕੇ ਲਿਖਿਆ ਮਿਲਦਾ ਹੈ। ਉਹਦਾ ਕੰਮ ਕੀ ਹੈ? ਚੋਰੀਆਂ ਕਰਨਾ, ਲੋਕਾਂ ਨੂੰ ਲੁੱਟਣਾ, ਆਪਣੇ ਫਾਇਦੇ ਦੇ ਲਈ ਲੋਕਾਂ ਦਾ ਨੁਕਸਾਨ ਕਰਕੇ ਮਾਇਆ ਲੁੱਟ ਲੈਣੀ, ਕਿਸੇ ਦੇ ਘਰ ਸੰਨ ਲਗਾ ਕੇ ਚੋਰੀ ਕਰਕੇ ਉਹਨਾਂ ਦਾ ਮਾਲ, ਉਹਨਾਂ ਦੀ ਧਨ ਦੌਲਤ ਚੁਰਾ ਲਿਆਉਣੀ, ਇਹਦਾ ਇਹ ਕੰਮ ਹੈ। ਜਦੋਂ ਪਸ਼ਾਵਰ ਤੋਂ ਅਟਕ ਵਾਲੇ ਇਲਾਕੇ ਤੋਂ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਚੱਲੀ ਹੈ, ਤੇ ਇਹਨੇ ਵੀ ਮਨ ਦੇ ਵਿੱਚ ਸੋਚਿਆ, ਇਹਦੇ ਕੰਨਾਂ ਦੇ ਵਿੱਚ ਖਬਰ ਪਈ ਕਿ ਕੀਰਤਪੁਰ ਦਾ ਸਥਾਨ ਹੈ, 8ਵੇਂ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਨੇ, ਤੇ ਉੱਥੇ ਸੰਗਤਾਂ ਜਿਹੜੀਆਂ ਨੇ ਬੜੀਆਂ ਭੇਟਾਵਾਂ ਲੈ ਕੇ ਜਾਂਦੀਆਂ ਨੇ, ਬੜੇ ਚੰਗੇ ਪਦਾਰਥ ਉੱਥੇ ਭੇਟਾ ਕੀਤੇ ਜਾਂਦੇ ਨੇ, ਤੇ ਕਿਉਂ ਨਾ ਮੈਂ ਵੀ ਇਸ ਸੰਗਤ ਦੇ ਨਾਲ ਮਿਲ ਕੇ ਉੱਥੇ ਪਹੁੰਚਾਂ, ਤੇ ਜਦੋਂ ਮੇਰਾ ਕੋਈ ਮੌਕਾ ਲੱਗੇ, ਮੈਨੂੰ ਚਾਂਸ ਮਿਲੇ, ਤੇ ਉਹ ਜਿਹੜੀ ਦੌਲਤ ਜਾਂ ਜਿਹੜੀਆਂ ਭੇਟਾਵਾਂ ਨੇ ਉਹ ਚੁਰਾ ਕੇ, ਜਾਂ ਸੰਗਤ ਦੇ ਕੋਲ ਜਿਹੜਾ ਪੈਸਾ ਹੈ ਉਸ ਨੂੰ ਚੁਰਾ ਕੇ ਮੈਂ ਆਪਣੇ ਘਰ ਵਾਪਸ ਲੈ ਆਵਾਂ। ਇਸ ਮਾਨਸਿਕਤਾ ਨੂੰ, ਇਸ ਮੈਂਟੈਲਿਟੀ ਨੂੰ ਲੈ ਕੇ ਜਸਵੰਤ ਰਾਏ ਉਸ ਸੰਗਤ ਦੇ ਨਾਲ ਚੱਲ ਕੇ ਕੀਰਤਪੁਰ ਸਾਹਿਬ ਦੇ ਸਥਾਨ ਤੇ ਪਹੁੰਚਦਾ ਹੈ। ਯਾਦ ਰੱਖਿਓ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਹਰਿਕ੍ਰਿਸ਼ਨ ਆ ਹਮਾ ਫਜ਼ਲੋ ਜੂਦ, ਹੇ ਗੁਰੂ ਹਰਿਕ੍ਰਿਸ਼ਨ ਮਹਾਰਾਜ, ਤੂੰ ਬਖਸ਼ਿਸ਼ਾਂ ਦਾ ਭੰਡਾਰ ਹੈ, ਤੇਰੇ ਘਰ ਦੇ ਵਿੱਚ ਜਿਹੜਾ ਆ ਗਿਆ ਉਹਦੇ ਉੱਤੇ ਤੂੰ ਐਸਾ ਰਹਿਮਤ ਦਾ ਮੀਂਹ ਵਰਸਾਇਆ ਕਿ ਉਹਦੇ ਜੀਵਨ ਦੇ ਵਿੱਚ ਕਮੀ ਕੋਈ ਨਹੀਂ ਰਹੀ। ਚਾਹੇ ਕੋਈ ਚੰਗੀ ਭਾਵਨਾ ਦੇ ਨਾਲ ਆਇਆ, ਚੰਗੀ ਭਾਵਨਾ ਵਾਲੇ ਨੂੰ ਚੰਗਾ ਫਲ, ਭਾਵੇਂ ਕੋਈ ਮਾੜੀ ਭਾਵਨਾ ਦੇ ਨਾਲ ਆਇਆ, ਜਦੋਂ ਉਹਨਾਂ ਨੇ ਤੁਹਾਡੀ ਸੰਗਤ ਕੀਤੀ, ਤੁਸੀਂ ਉਹਨਾਂ ਦੇ ਜੀਵਨ ਨੂੰ ਟੋਟਲੀ ਚੇਂਜ ਕਰਕੇ ਰੱਖ ਦਿੱਤਾ। ਜਸਵੰਤ ਰਾਏ ਪਹੁੰਚਦਾ ਹੈ ਜੀ ਕੀਰਤਪੁਰ ਸੰਗਤ ਦੇ ਨਾਲ, ਸੰਗਤ ਜੁੜੀ ਹੈ ਗੁਰੂ ਚਰਨਾਂ ਦੇ ਵਿੱਚ, ਕੀਰਤਨ ਹੋ ਰਿਹਾ ਹੈ, ਕਥਾ ਹੋਈ, ਤੇ ਉਹ ਜਸਵੰਤ ਰਾਏ ਉੱਠਿਆ, ਉੱਠ ਕੇ ਸਤਿਗੁਰਾਂ ਦੇ ਚਰਨਾਂ ਨੂੰ ਪਕੜਿਆ, ਚਰਨ ਪਕੜ ਕੇ ਉਹ ਜਸਵੰਤ ਰਾਏ ਰੋਣ ਲੱਗਾ। ਜਦੋਂ ਰੋਣਾ ਸ਼ੁਰੂ ਕੀਤਾ ਨਾ ਜਸਵੰਤ ਰਾਏ ਨੇ, ਯਾਦ ਰੱਖਿਓ ਸਾਧ ਸੰਗਤ, 5 ਸਾਲ ਦੀ ਆਜੂ ਹੈ, 5 ਸਾਲ ਦੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ। ਜਦੋਂ ਸਤਿਗੁਰਾਂ ਦੇ ਚਰਨ ਪਕੜੇ, ਜਸਵੰਤ ਰਾਏ ਰੋ ਰਿਹਾ ਏ, ਤੇ ਸਤਿਗੁਰਾਂ ਨੇ ਉਥੋਂ ਆਪਣੀ ਮੁਬਾਰਕ ਰਸਨਾ ਤੋਂ ਇੱਕ ਬਚਨ ਕਿਹਾ। ਪਤਾ ਕੀ ਕਿਹਾ? ਸਤਿਗੁਰੂ ਜੀ ਕਹਿਣ ਲੱਗੇ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਹਿਣ ਲੱਗੇ, ਹੈ ਜਸਵੰਤ ਰਾਏ, ਤੇਰਾ ਪੇਸ਼ਾ ਚੋਰੀ ਕਰਨਾ ਹੈ, ਤੂੰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਕਰਦਾ ਹੈ, ਲੋਕਾਂ ਨੂੰ ਲੁੱਟਦਾ ਹੈ ਪੈਸੇ ਦੀ ਖਾਤਰ, ਪਰ ਯਾਦ ਰੱਖੀ, ਚੋਰ ਦੀ ਕੋਈ ਵੀ ਚੰਗਾ ਇਨਸਾਨ ਗਵਾਹੀ ਨਹੀਂ ਦਿੰਦਾ। ਤੇ ਜਦੋਂ ਪ੍ਰਮਾਤਮਾ ਦੇ ਗੁਰੂ ਦੇ ਘਰ ਦੀ ਗੱਲ ਆਉਂਦੀ ਹੈ, ਤੇ ਉੱਥੇ ਵੀ ਐਸੇ ਚੋਰ ਨੂੰ ਕਿਤੇ ਢੋਈ ਨਹੀਂ ਜੀ ਮਿਲਦੀ, ਕਿਉਂਕਿ ਚੋਰੀ ਕਰਨਾ ਬਹੁਤ ਵੱਡਾ ਅਪਰਾਧ ਹੈ, ਬਹੁਤ ਵੱਡਾ ਗੁਨਾਹ ਹੈ, ਔਗਣ ਹੈ, ਤੇ ਜਿਹੜਾ ਔਗਣਾਂ ਦੇ ਨਾਲ ਭਰਿਆ ਹੋਵੇ ਉਹਨੂੰ ਕਿਤੇ ਢੋਈ ਨਹੀਂ। ਤੇ ਜਸਵੰਤ ਰਾਏ ਨੇ ਚਰਨ ਪਕੜ ਕੇ ਕਿਹਾ, ਮੇਰੇ ਮਾਲਕ ਕਿਰਪਾ ਕਰ, ਮੈਂ ਤੇਰੇ ਚਰਨਾਂ ਦੇ ਵਿੱਚ ਢੱਠਾਂ, ਤੇ ਮੈਨੂੰ ਇੰਨਾ ਪਤਾ ਹੈ, ਭਾਵੇਂ ਮੇਰਾ ਪੇਸ਼ਾ ਚੋਰੀ ਕਰਨਾ ਹੈ, ਮੈਂ ਇਹ ਵੀ ਸੁਣਿਆ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਕਿ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਗੁਰੂ ਉਹਨੂੰ ਉਠਾ ਕੇ ਆਪਣੇ ਗਲ ਦੇ ਨਾਲ ਜ਼ਰੂਰ ਲਗਾਉਂਦਾ ਹੈ। ਸਤਿਗੁਰਾਂ ਨੇ ਕਿਹਾ, ਜਸਵੰਤ ਰਾਏ, ਗਲ ਦੇ ਨਾਲ ਜ਼ਰੂਰ ਲੱਗੇਗਾ, ਪਰ ਤੈਨੂੰ ਇਹ ਪੱਕਾ ਇਕਰਾਰ ਕਰਨਾ ਪਏਗਾ, ਵਾਅਦਾ ਕਰਨਾ ਪਏਗਾ ਕਿ ਅੱਗੇ ਤੋਂ ਤੂੰ ਚੋਰੀ ਕੋਈ ਨਹੀਂ ਕਰੇਗਾ। ਇਕਰਾਰ ਕੀਤਾ। ਤੇ ਸਾਧ ਸੰਗਤ ਖਿਆਲ ਕਰਿਓ, ਉਹੀ ਜਸਵੰਤ ਰਾਏ ਜਿਹੜਾ ਆਪਣੇ ਪਿੰਡ ਤੋਂ ਇਹ ਭਾਵਨਾ ਲੈ ਕੇ ਚੱਲਿਆ ਸੀ ਕਿ ਸੰਗਤ ਨੂੰ ਲੁੱਟਾਂਗਾ, ਚੋਰੀ ਕਰਾਂਗਾ, ਪੈਸਾ ਬੜਾ ਇਕੱਠਾ ਹੋਏਗਾ, ਉਹੀ ਜਸਵੰਤ ਰਾਏ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੇ ਕੋਲੋਂ ਮੁਆਫੀਆਂ ਮੰਗ ਕੇ ਆਪਣੇ ਆਤਮਿਕ ਜੀਵਨ ਨੂੰ ਸਵਾਰਦਾ ਪਿਆ। ਹੁਣ ਕਿਤੇ ਸੋਚ ਕੇ ਦੇਖੋ, ਕੈਸੀ ਬਖਸ਼ਿਸ਼ ਕੀਤੀ ਹੋਏਗੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ, ਕਿ ਜਿਹੜਾ ਜਸਵੰਤ ਰਾਏ ਚੋਰ ਸੀ, ਇੱਕ ਪਲ ਦੇ ਵਿੱਚ ਚੋਰੀਆਂ ਛੱਡ ਗਿਆ, ਤੇ ਰਹਿੰਦੀ ਉਮਰ ਉਸ ਜਸਵੰਤ ਰਾਏ ਨੇ ਕੋਈ ਚੋਰੀ ਨਹੀਂ ਕੀਤੀ, ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ, ਚੰਗੇ ਕਰਮ ਕਰਦਾ ਹੋਇਆ ਉਹ ਇਸ ਭਵ ਸਾਗਰ ਤੋਂ ਪਾਰ ਲੰਘਿਆ। ਤੇ ਭਾਈ ਨੰਦ ਲਾਲ ਜੀ ਐਵੇਂ ਨਹੀਂ ਕਹਿ ਦਿੱਤਾ ਕਿ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ, ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਤੁਸੀਂ ਉਹਦੀਆਂ ਝੋਲੀਆਂ ਭਰ ਦਿੰਦੇ ਹੋ। ਖਿਆਲ ਕਰਿਓ, ਇੱਕ ਜੁਆਰੀ ਤੇ ਸ਼ਰਾਬੀ ਇੱਕ ਇਨਸਾਨ ਹੋਇਆ, ਉਹਦਾ ਨਾਂ ਹਿਸਟਰੀ ਦੇ ਵਿੱਚ ਮਿਲਦਾ ਜੀ ਗੇਂਦੇ ਮੱਲ। ਸ਼ਰਾਬ ਪੀਂਦਾ ਹੈ, ਜੂਆ ਖੇਡਦਾ ਹੈ, ਜੋ ਕੁਝ ਵੀ ਹੈ ਉਹ ਸਭ ਕੁਝ ਜੂਏ ਦੇ ਵਿੱਚ, ਸ਼ਰਾਬ ਦੇ ਵਿੱਚ ਲੁਟਾਈ ਜਾ ਰਿਹਾ ਹੈ।
ਲੁਟਾਈ ਜਾ ਰਿਹਾ। ਯਾਰ ਦੋਸਤ ਐਸੇ ਨੇ, ਐਸੀ ਸੁਸਾਇਟੀ, ਐਸੀ ਸੰਗਤ ਮਿਲ ਗਈ ਜਿਹੜੇ ਉਸ ਨੂੰ ਇਸ ਔਗਣ ਨੂੰ ਛੱਡਣ ਨਹੀਂ ਦੇ ਰਹੇ। ਉਹ ਛੱਡਣ ਦੀ ਕੋਸ਼ਿਸ਼ ਕਰਦਾ ਹੈ, ਯਾਰ ਦੋਸਤ ਫਿਰ ਉਸ ਨੂੰ ਗੱਲਾਂ ਦੇ ਵਿੱਚ ਲਿਆ ਕੇ ਸ਼ਰਾਬ ਵੀ ਪਿਲਾ ਦਿੰਦੇ ਨੇ ਤੇ ਜੂਏ ਦੇ ਵਿੱਚ ਵੀ ਲਗਾ ਦਿੰਦੇ ਨੇ। ਆਪਣੀ ਕਮਾਈ ਹੋਈ ਜਿਹੜੀ ਦੌਲਤ ਹੈ, ਜਿਹੜੀ ਧਨ ਹੈ, ਜਿਹੜਾ ਪੈਸਾ ਹੈ, ਉਸ ਨੂੰ ਸ਼ਰਾਬ ਦੇ ਵਿੱਚ ਤੇ ਜੂਏ ਦੇ ਵਿੱਚ ਅਜਾਈਂ ਗਵਾ ਰਿਹਾ ਹੈ। ਤੇ ਇੱਕ ਸਮਾਂ ਬਣਿਆ ਜਦੋਂ ਸੰਗਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਕੀਰਤਪੁਰ ਸਾਹਿਬ ਪਹੁੰਚੀ। ਉਸ ਸੰਗਤ ਦੇ ਨਾਲ ਇਹ ਵੀ ਆਇਆ, ਗੁਰੂ ਚਰਨਾਂ ਦੇ ਵਿੱਚ ਮਸਤਕ ਰੱਖਿਆ। ਜਦੋਂ ਹੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹਦਾ ਮੱਥਾ ਸਪਰਸ਼ ਕੀਤਾ, ਸਾਧ ਸੰਗਤ ਖਿਆਲ ਕਰਿਓ, ਗੁਰੂ ਨੇ ਐਸੀ ਰਹਿਮਤ ਵਰਤਾਈ ਕਿ ਉਸ ਗੇਂਦੇ ਮਲ ਦੀ ਸ਼ਰਾਬ ਦੀ ਆਦਤ ਵੀ ਚਲੀ ਗਈ ਤੇ ਉਹਦਾ ਜੂਆ ਖੇਡਣਾ ਵੀ ਬੰਦ ਹੋ ਗਿਆ। ਐਸਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨਿਵਾਇਆ ਕਿ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੀ ਉਹਦੇ ਉੱਤੇ ਝਰੀ ਲੱਗ ਗਈ। ਐਸਾ ਮੀਂਹ ਪਿਆ ਰਹਿਮਤਾਂ ਦਾ ਕਿ ਉਹਦਾ ਜੀਵਨ ਟੋਟਲੀ ਚੇਂਜ ਹੋ ਗਿਆ। ਉਹ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਹੁਣ ਸੇਵਾ ਵੀ ਕਰਦਾ ਪਿਆ ਹੈ, ਸਿਮਰਨ ਵੀ ਕਰਦਾ ਪਿਆ ਹੈ। ਐਸਾ ਜੀਵਨ ਉਹਦਾ ਸਵਰਿਆ, ਕੇਵਲ ਆਪ ਹੀ ਨਹੀਂ ਸਵਰਿਆ, ਉਹ ਇੱਕ ਮਿਸਾਲ ਬਣ ਗਿਆ ਸੰਸਾਰ ਦੇ ਲਈ ਕਿ ਚਾਹੇ ਕੋਈ ਗੁਨਾਹ ਤੋਂ ਹੀਣਾ ਇਨਸਾਨ, ਔਗਣਾ ਦੇ ਨਾਲ ਭਰਿਆ ਹੋਇਆ ਇਨਸਾਨ ਗੁਰੂ ਦੀ ਸ਼ਰਨ ਦੇ ਵਿੱਚ ਆਏ, ਗੁਰੂ ਰਹਿਮਤ ਕਰਕੇ ਉਹਦੇ ਜੀਵਨ ਨੂੰ ਟੋਟਲੀ ਚੇਂਜ ਕਰ ਦਿੰਦਾ ਹੈ। ਸੋ ਇਸੇ ਕਰਕੇ ਭਾਈ ਨੰਦ ਲਾਲ ਜੀ ਵਾਰ-ਵਾਰ ਕਹਿੰਦੇ ਨੇ ਕਿ ਇਹ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ, ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆਉਂਦਾ ਹੈ, ਤੁਸੀਂ ਐਸੀ ਰਹਿਮਤ, ਐਸੀ ਬਖਸ਼ਿਸ਼ ਕਰਦੇ ਹੋ ਕਿ ਉਹਦਾ ਜੀਵਨ ਬਦਲ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਸੁੱਖ, ਉਹਦੇ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈ। ਤੇ ਹੁਣ ਖਿਆਲ ਕਰਿਓ, ਪੰਜੋਖਰੇ ਦੀ ਧਰਤੀ ਹੈ। ਔਰੰਗਜ਼ੇਬ ਨੇ ਦਿੱਲੀ ਤੋਂ ਰਾਜਾ ਜੈ ਸਿੰਘ ਦੇ ਨਾਲ ਮਿਲ ਕੇ ਸਲਾਹ ਕੀਤੀ ਕਿ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਦਿੱਲੀ ਦੀ ਧਰਤੀ ਤੇ ਬੁਲਾਇਆ ਜਾਏ। ਇਸ ਮੰਤਵ ਦੇ ਲਈ ਔਰੰਗਜ਼ੇਬ ਨੇ ਪਰਸਰਾਮ ਨਾਂ ਦੇ ਆਪਣਾ ਜਿਹੜਾ ਉਹਦਾ ਇਨਸਾਨ ਸੀ, ਬੰਦਾ ਸੀ, ਮੁਲਾਜ਼ਮ ਸੀ, ਉਹਦੇ ਹੱਥ ਇੱਕ ਚਿੱਠੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਭੇਜੀ। ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਉਹ ਚਿੱਠੀ ਸਤਿਗੁਰਾਂ ਦੇ ਸਾਹਮਣੇ ਪੇਸ਼ ਕੀਤੀ। ਇੱਕ ਚਿੱਠੀ ਔਰੰਗਜ਼ੇਬ ਦੀ ਹੈ, ਇੱਕ ਚਿੱਠੀ ਰਾਜਾ ਜੈ ਸਿੰਘ ਦੀ ਹੈ। ਖਿਆਲ ਕਰਿਓ, ਰਾਜਾ ਜੈ ਸਿੰਘ ਉਹੀ ਹੈ ਜਿਸ ਦੇ ਘਰ ਨੂੰ, ਜਿਸ ਦੇ ਬੰਗਲੇ ਨੂੰ ਅੱਜ ਆਪਾਂ ਬੰਗਲਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ। ਉਹਦੇ ਘਰ ਦੇ ਵਿੱਚ ਸਤਿਗੁਰੂ ਜੀ ਜਾ ਕੇ ਰੁਕਦੇ ਨੇ। ਰਾਜਾ ਜੈ ਸਿੰਘ ਨੇ ਵੀ ਇੱਕ ਚਿੱਠੀ ਭੇਜੀ, ਔਰੰਗਜ਼ੇਬ ਵੀ ਇੱਕ ਚਿੱਠੀ ਭੇਜਦਾ, ਜਿਹਦੇ ਵਿੱਚ ਇਹ ਲਿਖਿਆ ਕਿ ਆਪ ਦਿੱਲੀ ਦੀ ਧਰਤੀ ਤੇ ਪਹੁੰਚੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਔਰੰਗਜ਼ੇਬ ਕਹਿੰਦਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਰਾਜਾ ਜੈ ਸਿੰਘ ਕਹਿੰਦਾ ਆਪਣੀ ਚਿੱਠੀ ਦੇ ਵਿੱਚ, ਸਤਿਗੁਰੂ ਜੀ ਕਿਰਪਾ ਕਰੋ, ਦਿੱਲੀ ਦੀ ਧਰਤੀ ਤੇ ਆਣ ਕੇ ਦਿੱਲੀ ਦੀਆਂ ਸੰਗਤਾਂ ਨੂੰ ਵੀ ਦੀਦਾਰ ਬਖਸ਼ੋ। ਵਿਚਾਰ ਕੀਤੀ ਜਾਂਦੀ ਹੈ ਸਿੱਖਾਂ ਦੇ ਨਾਲ। ਵਿਚਾਰ ਦੇ ਵਿੱਚ ਇਹ ਸਿੱਟਾ ਨਿਕਲਦਾ ਹੈ, ਕਿਉਂਕਿ ਸਿੱਖਾਂ ਨੂੰ ਪਤਾ ਹੈ ਔਰੰਗਜ਼ੇਬ ਜਿਸ ਸਮੇਂ ਤੋਂ ਬਾਦਸ਼ਾਹ ਬਣਿਆ ਹੈ, ਉਸ ਨੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਨੇ, ਉਹਨਾਂ ਨੂੰ ਦੁੱਖ ਦਿੱਤਾ ਹੈ। ਤੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਸ਼ੰਕਾ ਪੈਦਾ ਹੋ ਗਿਆ ਕਿ ਜਿਹੜਾ ਔਰੰਗਜ਼ੇਬ ਸਤਿਗੁਰਾਂ ਨੂੰ ਦਿੱਲੀ ਬੁਲਾ ਰਿਹਾ ਹੈ, ਕਿਤੇ ਸਤਿਗੁਰਾਂ ਦਾ ਨੁਕਸਾਨ ਨਾ ਕਰੇ। ਫਿਰ ਵੀ ਵਿਚਾਰ ਕਰਨ ਤੋਂ ਬਾਅਦ ਰਾਜਾ ਜੈ ਸਿੰਘ ਦੀ ਜਿਹੜੀ ਚਿੱਠੀ ਹੈ, ਜਿਹਦੇ ਵਿੱਚ ਉਹਨੇ ਲਿਖਿਆ ਕਿ ਸੰਗਤਾਂ ਨੂੰ ਦੀਦਾਰ ਦਿਓ, ਇਸ ਗੱਲ ਨੂੰ ਵਿਚਾਰਦੇ ਹੋਇਆਂ ਸਤਿਗੁਰਾਂ ਨੇ ਦਿੱਲੀ ਦੀ ਧਰਤੀ ਤੇ ਜਾਣਾ ਪ੍ਰਵਾਨ ਕੀਤਾ। ਰਸਤੇ ਵਿੱਚ ਪੰਜੋਖਰੇ ਦਾ ਸਥਾਨ ਆਇਆ। ਪੰਜੋਖਰੇ ਜਦੋਂ ਸਤਿਗੁਰੂ ਜੀ ਰੁਕੇ ਤੇ ਇੱਥੇ ਹੀ ਇੱਕ ਪੰਡਿਤ ਹੈ ਲਾਲ ਚੰਦ। ਲਾਲ ਚੰਦ ਨੂੰ ਜਦੋਂ ਪਤਾ ਲੱਗਾ ਕਿ ਸਿੱਖਾਂ ਦਾ 8ਵਾਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਜਾ ਰਹੇ ਨੇ, ਰਸਤੇ ਵਿੱਚ ਚੱਲਦਿਆਂ ਹੋਇਆਂ ਪੰਜੋਖਰੇ ਦੀ ਧਰਤੀ ਤੇ ਰੁਕੇ ਨੇ, ਤੇ ਉਹ ਮਿਲਣ ਵਾਸਤੇ ਆਇਆ। ਕੱਲਾ ਮਿਲਣ ਹੀ ਨਹੀਂ ਆਇਆ, ਉਹਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ, ਇੱਕ ਡਾਊਟ ਸੀ ਕਿ ਸਿੱਖਾਂ ਦੇ ਗੁਰੂ ਨੇ ਨਾਂ ਤਾਂ ਬੜਾ ਵੱਡਾ ਰੱਖਿਆ ਹੋਇਆ ਹੈ, ਹਰਿਕ੍ਰਿਸ਼ਨ। ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਹੋਏ ਨੇ, ਇਹਨਾਂ ਦਾ ਨਾਮ ਤਾਂ ਉਹਨਾਂ ਤੋਂ ਵੀ ਵੱਡਾ ਹੈ, ਹਰਿਕ੍ਰਿਸ਼ਨ। ਮੈਂ ਚੱਲ ਕੇ ਦੇਖਾਂ ਤਾਂ ਸਹੀ ਕਿਤੇ ਉਹਨਾਂ ਵਾਲੇ ਗੁਣ ਵੀ ਇਸ ਗੁਰੂ ਦੇ ਵਿੱਚ ਹੈ ਜਾਂ ਨਹੀਂ। ਦੇਖਣ ਵਾਸਤੇ ਪਹੁੰਚਿਆ। ਸਤਿਗੁਰਾਂ ਦੇ ਦਰਬਾਰ 'ਚ ਜਦੋਂ ਪਹੁੰਚਿਆ, ਕੀ ਦੇਖਦਾ ਹੈ? 5 ਸਾਲ ਦੀ ਉਮਰ ਤੇ ਲਾਲ ਚੰਦ ਜਿਹੜਾ ਹੈ ਉਮਰ ਦੇ ਵਿੱਚ ਕਾਫੀ ਵੱਡਾ, ਤੇ ਮਨ ਦੇ ਵਿੱਚ ਸੋਚਿਆ ਕਿ ਇਹ ਤਾਂ ਬੱਚਾ ਹੈ, ਇਹ ਗੁਰੂ ਕਿਵੇਂ ਹੋ ਸਕਦਾ ਹੈ? ਸ਼ੰਕਾ ਪੈਦਾ ਹੋਇਆ। ਤੇ ਜਦੋਂ ਸਾਹਮਣੇ ਖੜਾ ਹੋਇਆ ਤੇ ਬੇਨਤੀ ਕੀਤੀ, ਕਹਿਣ ਲੱਗਾ ਜੀ ਦੁਆਪਰ ਵਿੱਚ ਭਗਵਾਨ ਕ੍ਰਿਸ਼ਨ ਹੋਏ, ਉਹਨਾਂ ਨੇ ਗੀਤਾ ਉਚਾਰਨ ਕੀਤੀ, ਤੁਸੀਂ ਹਰਿਕ੍ਰਿਸ਼ਨ ਹੋ,
ਕੀ ਤੁਸੀਂ ਉਸ ਗੀਤਾ ਦੇ ਸ਼ਲੋਕ ਪੜ੍ਹ ਕੇ ਸੁਣਾ ਸਕਦੇ ਹੋ? ਕੀ ਉਹਦੇ ਅਰਥ ਕਰਕੇ ਸੁਣਾ ਸਕਦੇ ਹੋ? ਤੇ ਸਤਿਗੁਰਾਂ ਨੇ ਬਚਨ ਕਿਹਾ, ਕਹਿਣ ਲੱਗੇ ਲਾਲ ਚੰਦ, ਜੇਕਰ ਅਸੀਂ ਅਰਥ ਕਰ ਦਿੱਤੇ, ਸੋਚੇਗਾ ਕਿ ਗੁਰੂ ਨਾਨਕ ਦੀ ਕਿਰਪਾ ਵਾਪਰੀ, ਜਾ ਕੋਈ ਐਸਾ ਇਨਸਾਨ ਲੈ ਆ ਜਿਹਦੇ ਕੋਲੋਂ ਤੂੰ ਅਰਥ ਕਰਵਾਉਣਾ ਚਾਹੁੰਦਾ ਹੈ। ਤੇ ਲਾਲ ਚੰਦ ਲੈ ਕੇ ਕਿਸ ਨੂੰ ਆਇਆ ਜੀ? ਛੱਜੂ ਝੀਵਰ। ਉਹ ਲਿਆ ਕੇ ਸਾਹਮਣੇ ਖੜਾ ਕੀਤਾ ਤੇ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਪਕੜੀ ਹੋਈ ਛੜੀ ਛੱਜੂ ਝੀਵਰ ਦੇ ਸਿਰ ਦੇ ਉੱਤੇ ਰੱਖੀ। ਜਦੋਂ ਹੀ ਉਹ ਛੜੀ ਛੱਜੂ ਝੀਵਰ ਦੇ ਸਿਰ ਦੇ ਉੱਤੇ ਲੱਗੀ ਤੇ ਜਿਸ ਛੱਜੂ ਝੀਵਰ ਨੂੰ ਪੰਜੋਖਰੇ ਦੇ ਵਿੱਚ ਮੂਰਖ ਕਿਹਾ ਜਾਂਦਾ ਸੀ, ਜਿਸ ਨੂੰ ਕੋਈ ਮੱਥੇ ਲਗਾ ਕੇ ਰਾਜੀ ਨਹੀਂ ਸੀ, ਜਿਸ ਦੇ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ ਸੀ, ਉਹੀ ਛੱਜੂ ਝੀਵਰ ਅੱਜ ਗੀਤਾ ਦੇ ਸ਼ਲੋਕ ਵੀ ਪੜ੍ਹਦਾ ਪਿਆ ਹੈ ਤੇ ਨਾਲ ਦੀ ਨਾਲ ਉਸ ਗੀਤਾ ਦੇ ਅਰਥ ਵੀ ਕਰ ਰਿਹਾ ਹੈ। ਤੇ ਜਦੋਂ ਅਰਥ ਕਰਦਾ ਪਿਆ ਹੈ ਨਾ, ਤੇ ਉੱਥੇ ਖੜੇ ਹੋਏ ਜਿਹੜੇ ਪੰਜੋਖਰਾ ਦੇ ਲੋਕ ਨੇ, ਪੰਡਿਤ ਲਾਲ ਚੰਦ ਵਰਗੇ, ਉਹ ਹੈਰਾਨ ਰਹਿ ਗਏ। ਪੰਡਿਤ ਲਾਲ ਚੰਦ ਦਾ ਹੰਕਾਰ ਟੁੱਟਾ ਤੇ ਉਹ ਵੀ ਗੁਰੂ ਚਰਨਾਂ ਦੇ ਵਿੱਚ ਢਹਿ ਕੇ ਆਪਣੀ ਭੁੱਲ ਦੀ ਖਿਮਾ ਮੰਗਦਾ ਹੈ। ਹੁਣ ਖਿਆਲ ਕਰੋ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਸਤਿਗੁਰੂ ਜੀ ਤੁਸੀਂ ਬਖਸ਼ਿਸ਼ਾਂ ਦੇ ਭੰਡਾਰੇ ਹੋ। ਕੈਸੇ ਬਖਸ਼ਿਸ਼ਾਂ ਦੇ ਭੰਡਾਰੇ? ਤੁਸੀਂ ਕਿਰਪਾ ਕਰੋ ਤੇ ਇੱਕ ਐਸੇ ਇਨਸਾਨ ਨੂੰ ਵੀ ਵਿਦਵਾਨ ਗਿਆਨੀ ਬਣਾ ਦਿੰਦੇ ਹੋ ਜਿਸ ਨੂੰ ਆਮ ਲੋਕ ਜਿਹੜੇ ਨੇ ਮੂਰਖ, ਜਿਸ ਦੇ ਨਾਲ ਕੋਈ ਗੱਲ ਕਰਨੀ ਨਹੀਂ ਚਾਹੁੰਦਾ, ਜਿਸ ਨੂੰ ਪੂਰੇ ਇਲਾਕੇ ਦੇ ਲੋਕ ਮੂਰਖ ਦੇ ਨਾਮ ਨਾਲ ਬੁਲਾਉਂਦੇ ਨੇ, ਤੁਸੀਂ ਉਹਨਾਂ ਮੂਰਖਾਂ ਨੂੰ ਵੀ ਵਿਦਵਾਨ ਗਿਆਨੀ ਬਣਾਉਣ ਵਾਲੇ ਹੋ ਜੇ ਤੁਹਾਡੀ ਕਿਰਪਾ ਹੋ ਜਾਏ ਤੇ। ਇਸੇ ਕਰਕੇ ਭਾਈ ਨੰਦ ਲਾਲ ਜੀ ਨੇ ਕਹਿ ਦਿੱਤਾ, ਸਤਿਗੁਰੂ ਜੀ ਤੁਸੀਂ ਬਖਸ਼ਿਸ਼ਾਂ ਦੇ ਭੰਡਾਰ, ਕਿਰਪਾ ਦੇ ਖਜ਼ਾਨੇ ਹੋ। ਜਿਹੜਾ ਵੀ ਤੁਹਾਡੇ ਚਰਨਾਂ ਦੇ ਵਿੱਚ ਆਇਆ, ਤੁਸੀਂ ਉਸ ਨੂੰ ਗੁਣਾਂ ਦੇ ਨਾਲ ਭਰ ਦਿੱਤਾ, ਉਹਦੇ ਔਗੁਣਾਂ ਨੂੰ ਕੱਟ ਦਿੱਤਾ। ਤੇ ਖਿਆਲ ਕਰਿਓ, ਬਾਣੀ ਦੇ ਵਿੱਚ ਵਾਰ-ਵਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਜਿਹੜਾ ਵੀ ਗੁਰੂ ਸ਼ਰਨ ਵਿੱਚ ਆਏਗਾ, ਗੁਰੂ ਕਿਰਪਾ ਕਰਕੇ ਉਹਨੂੰ ਗੁਣਾਂ ਦੇ ਨਾਲ ਜ਼ਰੂਰ ਭਰੇਗਾ। ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਝੁਕ ਜਾਏਗਾ, ਗੁਰੂ ਉਹਦੇ ਜੀਵਨ ਦੇ ਵਿੱਚ ਐਸਾ ਅਧਿਆਤਮਿਕ ਜੀਵਨ ਪੈਦਾ ਕਰ ਦੇਣਗੇ ਜਿਸ ਦੇ ਸਦਕਾ ਉਹ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰੇਗਾ। ਤੇ ਸਾਧ ਸੰਗਤ, ਐਸੇ ਹੀ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਬੜਾ ਚੰਗਾ ਹੋਵੇ ਜੇਕਰ ਸਤਿਗੁਰਾਂ ਦੇ ਪਾਵਨ ਉਪਦੇਸ਼ ਸਾਡੇ ਜੀਵਨ ਦੇ ਵਿੱਚ ਕਿਤੇ ਵਸ ਜਾਣ, ਕਿਤੇ ਕਿਣਕਾ ਮਾਤਰ ਵੀ ਸਤਿਗੁਰਾਂ ਦਾ ਬਚਨ ਸਾਡੇ ਅੰਦਰ ਵਸ ਜਾਏ। ਉਹ ਕਿਣਕਾ ਹੀ ਸਮਰੱਥਾ ਰੱਖਦਾ ਹੈ ਸਾਡੇ ਜੀਵਨ ਨੂੰ ਟੋਟਲੀ ਚੇਂਜ ਕਰਨ ਵਿੱਚ। ਸੂਰਜ ਦੀ ਇੱਕ ਛੋਟੀ ਜਿਹੀ ਕਿਰਨ, ਛੋਟੀ ਜਿਹੀ ਰੇ ਹਨੇਰੇ ਨੂੰ ਖਤਮ ਕਰ ਦਿੰਦੀ ਹੈ। ਜਿੱਥੇ ਸੂਰਜ ਦੀ ਰੌਸ਼ਨੀ ਪਏਗੀ, ਭਾਵੇਂ ਛੋਟੀ ਜਿਹੀ ਕਿਰਨ ਹੀ ਕਿਉਂ ਨਾ ਪੈ ਜਾਏ, ਉੱਥੇ ਹਨੇਰਾ ਨਹੀਂ ਰਹੇਗਾ। ਤੇ ਜੇਕਰ ਕਿਤੇ ਛੋਟਾ ਜਿਹਾ ਇੱਕ ਕਿਣਕਾ ਸਾਡੇ ਅੰਦਰ ਗੁਰੂ ਦੇ ਉਪਦੇਸ਼ ਦਾ ਵਸ ਜਾਏ, ਉਹ ਛੋਟਾ ਕਿਣਕਾ ਹੀ ਸਾਡੇ ਅੰਦਰ ਨੂੰ ਰੌਸ਼ਨ ਕਰ ਦੇਗਾ। ਕਿਉਂਕਿ ਜਿੱਥੇ ਰੌਸ਼ਨੀ ਹੋਏਗੀ ਉੱਥੇ ਹਨੇਰਾ ਹੋ ਹੀ ਨਹੀਂ ਸਕਦਾ। ਸਾਰੀ ਆਪਾਂ ਅਰਜ਼ੋਈ ਕਰੀਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ, ਮੇਰੇ ਮਾਲਕ, ਆਪ ਤਾਂ ਗੂੰਗਿਆਂ ਨੂੰ, ਮੂਰਖਾਂ ਨੂੰ ਬੁਲਾਉਣ ਵਾਲੇ ਹੋ, ਆਪ ਤਾਂ ਚੋਰਾਂ ਦੇ ਜੀਵਨ ਨੂੰ ਚੇਂਜ ਕਰਨ ਵਾਲੇ ਹੋ, ਆਪ ਤਾਂ ਸ਼ਰਾਬੀ ਜੁਆਰੀਆਂ ਦੇ ਜੀਵਨ ਨੂੰ ਬਦਲਣ ਵਾਲੇ ਹੋ। ਕਿਰਪਾ ਕਰੋ, ਅਸੀਂ ਵੀ ਪਾਪਾਂ ਦੇ ਨਾਲ ਭਰੇ ਪਏ ਆ, ਅਸੀਂ ਵੀ ਔਗਣਾਂ ਦੇ ਨਾਲ ਭਰੇ ਪਏ ਆ। ਕਿਤੇ ਆਪਣੇ ਮਿਹਰ ਭਰੀ ਜਿਹੜੀ ਛੜੀ ਹੈ ਸਾਡੇ ਸਿਰ ਦੇ ਉੱਤੇ ਰੱਖ ਕੇ ਸਾਡੇ ਜੀਵਨ ਨੂੰ ਵੀ ਚੇਂਜ ਕਰ ਦਿਓ। ਕਿਤੇ ਅਸੀਂ ਵੀ ਤੁਹਾਡੇ ਚਰਨਾਂ ਦੇ ਨਾਲ ਲੱਗ ਕੇ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕੀਏ। ਐਸੀ ਕਲਾ ਕਿਤੇ ਸਾਡੇ ਅੰਦਰ ਵੀ ਵਰਤ ਜਾਏ। ਗੁਰੂ ਕਿਰਪਾ ਕਰੇ। ਸਾਰਾ ਸਿੱਖ ਜਗਤ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ ਹੈ, ਉਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੇ ਭਾਵਨਾ ਦੇ ਨਾਲ ਮਨਾ ਰਿਹਾ ਹੈ। ਤੇ ਸਤਿਗੁਰੂ ਕਿਰਪਾ ਕਰਨ ਕਿਤੇ ਉਹਨਾਂ ਦਾ ਉਪਦੇਸ਼ ਸਾਡੇ ਜੀਵਨ ਦੇ ਵਿੱਚ ਵਸ ਜਾਏ, ਤਾਂ ਕਿ ਸਾਡੇ ਮਨਾਏ ਹੋਏ ਇਹ ਜਿਹੜੇ ਪੁਰਬ ਨੇ ਉਹ ਸਫਲੇ ਹੋ ਸਕਣ ਜੀ। ਸਤਿਗੁਰਾਂ ਦੀ ਵਡਿਆਈ ਕਰਦਿਆਂ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਹੈ ਬਖਸ਼ ਲੈਣਾ ਜੀ। ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।